TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ ਰਲ ਮਿਲ ਕੇ ਕੁਝ ਖਬਰਾਂ ਕੁਝ ਘਟਨਾਵਾਂ ਦੇ ਉੱਤੇ ਵਿਚਾਰ ਚਰਚਾ ਕਰੀਏ। ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਗਰੁੱਪਾਂ ਦੇ ਮਤਭੇਦ ਸਾਹਮਣੇ ਨਹੀਂ ਹੋ ਸਕਿਆ ਸਰਕਾਰ ਦਾ ਗਠਨ। 9/11 ਹਮਲੇ ਦੇ ਗੁਪਤ ਦਸਤਾਵੇਜ਼ ਅਮਰੀਕਾ ਕਰੇਗਾ ਜਨਤਕ। ਮੁਜ਼ੱਫਰਨਗਰ ਵਿੱਚ ਕਿਸਾਨ ਮਹਾਪੰਚਾਇਤ ਅੱਜ। ਪੰਜਾਬ ਵਿੱਚ ਫਰਜ਼ੀ ਪੁਲਿਸ ਮੁਕਾਬਲੇ ਕਰਨ ਵਾਲੇ ਪੁਲਿਸ ਅਫਸਰਾਂ ਦੀ ਨਹੀਂ ਹੋਵੇਗੀ ਹੁਣ ਖੈਰ। ਖੇਤੀ ਕਾਨੂੰਨਾਂ ਦੀ ਅਸਲ ਵਿੱਚ ਜੜ ਕੌਣ, ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਤਿੱਖੇ ਵਾਰ। ਅਤੇ ਕਿਸਾਨੀ ਸੰਘਰਸ਼ ਤੋਂ ਪਰਤ ਰਹੇ ਇੱਕ ਕਿਸਾਨ ਦੀ ਹੋਈ ਮੌਤ। ਦੋਸਤੋ ਇਹਨਾਂ ਕੁਝ ਖਬਰਾਂ ਨੂੰ ਘਟਨਾਵਾਂ ਨੂੰ ਆਧਾਰ ਬਣਾਵਾਂਗੇ, ਜਿਨ੍ਹਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ। ਤੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਇਕੱਲੀ ਖਬਰ ਦੀ ਸਾਰ ਤੇ ਟਿੱਪਣੀਆਂ ਕਰਦੇ ਹੋਏ ਆਖਰੀ ਮੰਜ਼ਿਲ ਵੱਲ ਵਧੀਏ। ਸਭ ਤੋਂ ਪਹਿਲੀ ਖਬਰ ਅਫਗਾਨਿਸਤਾਨ ਵਾਲੇ ਪਾਸਿਓਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ। ਅਫਗਾਨਿਸਤਾਨ ਦੇ ਵਿੱਚ ਬੀਤੇ 2-3 ਦਿਨਾਂ ਤੋਂ ਲਗਾਤਾਰ ਜ਼ਬਰਦਸਤ ਰੋਸ ਮੁਜ਼ਾਹਰੇ ਅਤੇ ਉਹਨਾਂ ਦੀ ਅਗਵਾਈ ਉੱਥੋਂ ਦੀਆਂ ਮਹਿਲਾਵਾਂ ਕਰ ਰਹੀਆਂ ਨੇ। ਉਹ ਆਪਣੇ ਹੱਕ ਹਕੂਕ ਮੰਗ ਰਹੀਆਂ ਨੇ, ਪਰ ਤਾਲਿਬਾਨਾਂ ਨੇ ਖਬਰ ਮਿਲੀ ਹੈ ਕਿ ਕਾਬਲ ਵੱਲ ਰਾਸ਼ਟਰਪਤੀ ਭਵਨ ਵੱਲ ਜਾਂਦਿਆਂ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਨੇ। ਤੇ ਨਾਲ ਹੀ ਇਹ ਵੀ ਖਬਰ ਮਿਲ ਰਹੀ ਹੈ ਕਿ UAE ਦੇ ਵਿੱਚੋਂ ਪਹਿਲਾ ਇੱਕ ਜਹਾਜ਼, ਕਿਉਂਕਿ ਕਾਬਲ ਹਵਾਈ ਅੱਡਾ 31 ਅਗਸਤ ਤੋਂ ਜਦੋਂ ਤੋਂ ਨਾਟੋ ਅਤੇ ਅਮਰੀਕੀ ਫੌਜਾਂ ਨੇ ਛੱਡ ਦਿੱਤਾ ਸੀ, ਉਹਦੇ ਤੋਂ ਬਾਅਦ ਬੰਦ ਪਿਆ ਸੀ, ਦੁਬਾਰਾ ਖੋਲ੍ਹ ਦਿੱਤਾ ਗਿਆ ਤੇ ਰਸਤਾਂ ਵਸਤਾਂ ਲੈ ਕੇ ਇੱਕ ਜਹਾਜ਼ ਉੱਥੇ ਸਭ ਤੋਂ ਪਹਿਲਾਂ ਲੈਂਡ ਕੀਤਾ। ਤੇ ਹੁਣ ਅਫਗਾਨਿਸਤਾਨ ਦੇ ਵਿੱਚ ਸਰਕਾਰ ਦਾ ਗਠਨ ਕਦੋਂ ਹੋਵੇ, ਇਸ ਗੱਲ ਨੂੰ ਲੈ ਕੇ 2 ਤਰੀਕਾਂ ਤਾਂ ਮੁਲਤਵੀ ਹੋ ਚੁੱਕੇ ਨੇ ਤੇ ਹੁਣ ਨਵੀਂ ਤਰੀਕ ਪੈ ਚੁੱਕੀ ਹੈ। ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਨਵੀਂ ਸਰਕਾਰ ਦਾ ਗਠਨ ਹੁਣ ਅਸੀਂ ਅਗਲੇ ਹਫ਼ਤੇ ਕਰਾਂਗੇ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਸ਼ੁੱਕਰਵਾਰ ਨੂੰ ਗਠਨ ਹੋ ਜੂ, ਫਿਰ ਸ਼ਨੀਚਰਵਾਰ ਨੂੰ ਆਖਿਆ ਸੀ। ਤੇ ਦੂਸਰੇ ਪਾਸੇ ਖਬਰ ਇਹ ਵੀ ਮਿਲ ਰਹੀ ਹੈ ਕਿ ਪੰਜਸ਼ੀਰ ਤੇ ਕਬਜ਼ੇ ਨੂੰ ਲੈ ਕੇ ਲੜਾਈ ਪਹਿਲਾਂ ਨਾਲੋਂ ਵੀ ਤੇਜ਼ ਹੋ ਚੁੱਕੀ ਹੈ। ਹਾਲਾਂਕਿ ਤਾਲਿਬਾਨ ਆਖੀ ਜਾ ਰਿਹਾ ਕਿ ਅਸੀਂ ਉਹਦੇ ਤੇ ਕਬਜ਼ਾ ਕਰ ਲਿਆ ਤੇ ਉਹਨਾਂ ਨੇ ਜਿੱਤ ਦੇ ਜਸ਼ਨ ਵੀ ਮਨਾ ਲਏ, ਕਾਬਲ ਦੇ ਵਿੱਚ ਜੰਮ ਕੇ ਗੋਲੀਬਾਰੀ ਵੀ ਕੀਤੀ। ਤੇ ਤਾਲਿਬਾਨ ਦੇ ਲੜਾਕਿਆਂ ਦੀ ਇਸ ਫਾਇਰਿੰਗ ਦੇ ਵਿੱਚ ਪਤਾ ਲੱਗ ਰਿਹਾ ਕਿ 17 ਵਿਅਕਤੀਆਂ ਦੀ ਮੌਤ ਹੋ ਗਈ ਅਤੇ 41 ਜ਼ਖਮੀ ਦੱਸੇ ਜਾ ਰਹੇ ਨੇ। ਤੇ ਦੂਸਰੇ ਪਾਸੇ ਪੰਜਸ਼ੀਰ ਘਾਟੀ ਤੇ ਕੰਟਰੋਲ ਰੱਖਣ ਵਾਲੇ ਨਾਰਦਰਨ ਅਲਾਈਅੰਸ ਤੇ ਤਾਲਿਬਾਨ ਦੇ ਦਾਅਵੇ ਨੂੰ ਖਾਰਜ ਕੀਤਾ ਜਾ ਰਿਹਾ ਹੈ। ਉਹਨਾਂ ਨੇ ਆਖਿਆ ਕਿ ਪੰਜਸ਼ੀਰ ਤੇ ਹਾਲੇ ਵੀ ਸਾਡਾ ਹੀ ਕਬਜ਼ਾ ਹੈ, ਸਾਡਾ ਹੀ ਕੰਟਰੋਲ ਹੈ। ਜਦੋਂ ਕਿ ਤਾਲਿਬਾਨ ਦੇ ਇੱਕ ਕਮਾਂਡਰ ਨੇ ਬੀਤੇ ਸ਼ੁੱਕਰਵਾਰ ਨੂੰ ਦਾਅਵਾ ਕਰ ਦਿੱਤਾ ਸੀ ਕਿ ਅੱਲਾ ਦੇ ਰਹਿਮ ਨਾਲ ਹੁਣ ਸਾਡਾ ਪੂਰੇ ਅਫਗਾਨਿਸਤਾਨ ਤੇ ਕੰਟਰੋਲ ਕਬਜ਼ਾ ਹੋ ਚੁੱਕਿਆ ਹੈ ਤੇ ਪੰਜਸ਼ੀਰ ਵੀ ਸਾਡੇ ਹੁਣ ਕਬਜ਼ੇ 'ਚ ਹੈ। ਇਸ ਦਾਅਵੇ ਤੋਂ ਬਾਅਦ ਸ਼ੁੱਕਰਵਾਰ ਦੀ ਰਾਤ ਪੂਰੇ ਕਾਬਲ ਦੇ ਵਿੱਚ ਜੰਮ ਕੇ ਖੁਸ਼ੀ ਮਨਾਈ ਗਈ, ਫਾਇਰਿੰਗ ਕੀਤੀ ਗਈ। ਫਾਇਰਿੰਗ ਦੀ ਖਬਰ ਤੇ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਕਿਹਾ ਕਿ ਹਵਾ ਵਿੱਚ ਫਾਇਰਿੰਗ ਕਰਨ ਤੋਂ ਬਚੋ ਅਤੇ ਅੱਲਾ ਦਾ ਸ਼ੁਕਰੀਆ ਅਦਾ ਕਰੋ। ਗੋਲੀਆਂ ਨਾਲ ਨਾਗਰਿਕਾਂ ਨੂੰ ਨੁਕਸਾਨ ਪੁੱਜ ਸਕਦਾ ਹੈ, ਇਸ ਲਈ ਗੈਰ ਜ਼ਰੂਰੀ ਗੋਲੀਬਾਰੀ ਨਾ ਕੀਤੀ ਜਾਵੇ। ਉਧਰ ਅਫਗਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾ ਸਾਲੇਹ ਨੇ ਕਿਹਾ ਕਿ ਉਹਨਾਂ ਦੇ ਲੋਕਾਂ ਨੇ ਹਥਿਆਰ ਨਹੀਂ ਸੁੱਟੇ। ਉਹਨਾਂ ਨੇ ਇੱਕ ਵੀਡੀਓ ਜਾਰੀ ਕਰਕੇ ਸੰਦੇਸ਼ ਦਿੱਤਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਮੁਸ਼ਕਲ ਵਾਲੇ ਹਾਲਾਤਾਂ ਵਿੱਚੋਂ ਲੰਘ ਰਹੇ ਹਾਂ। ਅਸੀਂ ਤਾਲਿਬਾਨ ਦਾ ਪਰ ਡਟ ਕੇ ਮੁਕਾਬਲਾ ਕਰ ਰਹੇ ਹਾਂ ਤੇ ਪੰਜਸ਼ੀਰ ਹਾਲੇ ਵੀ ਸਾਡੇ ਕਬਜ਼ੇ ਵਿੱਚ ਹੈ। ਸਾਲੇਹ ਪੰਜਸ਼ੀਰ ਵਿੱਚ ਤਾਲਿਬਾਨ ਨਾਲ ਦੱਸਣਾ ਬਣਦਾ ਕਿ ਮੁਕਾਬਲਾ ਕਰ ਰਹੇ ਨੇ। ਨਾਰਦਰਨ ਅਲਾਈਅੰਸ ਦੇ ਕਮਾਂਡਰਾਂ ਵਿੱਚੋਂ ਉਹ ਇੱਕ ਨੇ। ਇਸੇ ਤਰ੍ਹਾਂ ਖਬਰ ਏਜੰਸੀ ਇੱਕ ਹੋਰ IANS ਦੇ ਮੁਤਾਬਕ ਨਾਰਦਰਨ ਅਲਾਈਅੰਸ ਦੇ ਪ੍ਰਮੁੱਖ ਅਹਿਮਦ ਮਸੂਦ ਨੇ ਵੀ ਤਾਲਿਬਾਨ ਦੇ ਕਬਜ਼ੇ ਨੂੰ ਜਿਹੜੀ ਉਹ ਰਿਪੋਰਟ ਦੇ ਰਹੇ ਨੇ ਕਿ ਅਸੀਂ ਕਬਜ਼ਾ ਕਰ ਲਿਆ, ਉਸ ਰਿਪੋਰਟ ਨੂੰ ਖਾਰਜ ਕੀਤਾ ਹੈ। ਉਹਨਾਂ ਕਿਹਾ ਕਿ ਉਹ ਅੱਲਾ, ਨਿਆਂ ਅਤੇ ਆਜ਼ਾਦੀ ਲਈ ਸੰਘਰਸ਼ ਕਰ ਰਹੇ ਨੇ ਅਤੇ ਕਰਦੇ ਰਹਿਣਗੇ। ਇਹ ਦੱਸਣਾ ਬਣਦਾ ਕਿ ਅਫਗਾਨਿਸਤਾਨ ਦੇ ਜ਼ਿਆਦਾਤਰ ਹਿੱਸਿਆਂ ਤੇ ਤਾਲਿਬਾਨ ਨੇ ਕੰਟਰੋਲ ਕਰ ਲਿਆ ਸੀ ਅਤੇ 15 ਅਗਸਤ ਨੂੰ ਕਾਬਲ ਤੇ ਵੀ ਕਬਜ਼ਾ ਕਰ ਲਿਆ ਸੀ। ਪਰ ਇਹ ਕਾਬਲ ਤੋਂ ਲਗਭਗ 150 ਕਿਲੋਮੀਟਰ ਦੂਰ ਹੈ ਪੰਜਸ਼ੀਰ ਇਲਾਕਾ, ਇਹ ਘਾਟੀ। ਇਹ ਹਾਲ ਦੀ ਘੜੀ ਤਾਲਿਬਾਨ ਦੇ ਕਬਜ਼ੇ ਵਿੱਚ ਨਹੀਂ ਹੈ। ਤੇ ਦੂਸਰੇ ਪਾਸੇ ਹੁਣ ਸਰਕਾਰ ਕਿਉਂ ਨਹੀਂ ਬਣ ਰਹੀ? ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਦੱਸਿਆ ਕਿ ਨਵੀਂ ਸਰਕਾਰ ਦੇ ਗਠਨ ਨੂੰ ਫਿਲਹਾਲ ਟਾਲਿਆ ਗਿਆ ਹੈ। ਉਹਨਾਂ ਕਿਹਾ ਕਿ ਨਵੀਂ ਸਰਕਾਰ ਅਤੇ ਕੈਬਨਿਟ ਮੈਂਬਰਾਂ ਬਾਰੇ ਹੁਣ ਅਗਲੇ ਹਫ਼ਤੇ ਐਲਾਨ ਕਰ ਦਿੱਤਾ ਜਾਏਗਾ।
ਜਾਣਕਾਰੀ ਮਿਲ ਰਹੀ ਹੈ ਕਿ ਤਾਲਿਬਾਨ ਦੇ ਸਹਿ ਸੰਸਥਾਪਕ ਅਬਦੁਲ ਗਨੀ ਬਰਾਦਰ ਦੀ ਅਗਵਾਈ ਵਿੱਚ ਨਵੀਂ ਸਰਕਾਰ ਬਣਾਈ ਜਾਏਗੀ, ਜਦਕਿ ਸਰਕਾਰ ਗਠਨ ਲਈ ਵੱਖੋ-ਵੱਖ ਗਰੁੱਪਾਂ ਦੇ ਨਾਲ ਜਿਹੜੇ ਤਾਲਿਬਾਨ ਦੇ ਗਰੁੱਪ ਨੇ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਹੈ। ਤਾਲਿਬਾਨ ਵੱਲੋਂ ਗਠਿਤ ਕਮੇਟੀ ਦੇ ਮੈਂਬਰ ਨੇ ਖਲੀਲ ਹੰਕਾਨੀ। ਉਹਨਾਂ ਨੇ ਕਿਹਾ ਕਿ ਅਜਿਹੀ ਸਰਕਾਰ ਬਣਾਉਣ ਦਾ ਦਰਅਸਲ ਯਤਨ ਕੀਤਾ ਜਾ ਰਿਹਾ ਹੈ ਜਿਹੜੀ ਪੂਰੀ ਦੁਨੀਆ ਦੇ ਵਿੱਚ ਮੰਨਣਯੋਗ ਹੋਵੇ ਤੇ ਮਾਨਤਾ ਉਸ ਨੂੰ ਮਿਲ ਸਕੇ, ਇਸ ਕਰਕੇ ਦੇਰੀ ਹੋ ਰਹੀ ਹੈ। ਪਰ ਅੰਦਰੂਨੀ ਖਬਰਾਂ ਇਹ ਮਿਲ ਰਹੀਆਂ ਨੇ ਕਿ ਤਾਲਿਬਾਨ ਦੇ ਕਈ ਗਰੁੱਪ ਨੇ, ਕਈ ਗੁੱਟ ਨੇ, ਉਹ ਇੱਕ ਦੂਸਰੇ ਦੇ ਉੱਤੇ ਹਾਲ ਦੀ ਘੜੀ ਸਹਿਮਤ ਨਹੀਂ ਹੋ ਰਹੇ। ਇਸ ਕਰਕੇ ਹਾਲ ਦੀ ਘੜੀ 2 ਤਰੀਕਾਂ ਤੋਂ ਬਾਅਦ ਅਗਲੇ ਹਫ਼ਤੇ ਦਾ ਐਲਾਨ ਕਰਨਾ ਪੈ ਗਿਆ ਹੈ। ਅਗਲੀ ਜਿਹੜੀ ਖਬਰ ਹੈ 9/11, ਤੁਹਾਨੂੰ ਪਤਾ ਹੈ ਕਿ ਹਵਾਬਾਜ਼ੀ ਦੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਇਹ ਅੱਤਵਾਦੀ ਹਮਲਾ ਸੀ। ਹੁਣ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਇੱਕ ਮਹੱਤਵਪੂਰਨ ਫੈਸਲਾ ਲੈ ਲਿਆ ਕਿ 9/11 ਦੇ ਕੁਝ ਵਿਸ਼ੇਸ਼ ਦਸਤਾਵੇਜ਼ ਨੇ ਉਹ ਜਨਤਕ ਕੀਤੇ ਜਾਣਗੇ। ਇਸ ਦੇ ਨਾਲ ਸ਼ਾਇਦ ਉਹਨਾਂ ਪਰਿਵਾਰਾਂ ਨੂੰ ਵੱਡੀ ਸਹਾਇਤਾ ਮਿਲੇਗੀ, ਰਾਹਤ ਮਿਲੇਗੀ ਜੋ ਇਸ ਹਮਲੇ ਵਿੱਚ ਲੰਬੇ ਸਮੇਂ ਤੋਂ ਸਾਊਦੀ ਅਰਬ ਨੂੰ ਦੋਸ਼ੀ ਸਾਬਤ ਕਰਨਾ ਚਾਹੁੰਦੇ ਹੈ। ਰਾਸ਼ਟਰਪਤੀ ਬਾਈਡਨ ਨੇ ਇਹ ਆਦੇਸ਼ ਅਮਰੀਕਾ ਤੇ ਉਹ ਹਮਲੇ ਦੀ 20ਵੀਂ ਬਰਸੀ ਤੋਂ ਕੁਝ ਕੁ ਸਮਾਂ ਪਹਿਲਾਂ ਦਿੱਤੇ ਹੈ। ਇਹਨਾਂ ਦਸਤਾਵੇਜ਼ਾਂ ਨੂੰ ਜਨਤਕ ਕਰਨ ਲਈ ਪੀੜਤ ਪਰਿਵਾਰ ਦਰਅਸਲ ਲੰਬੇ ਸਮੇਂ ਤੋਂ ਮੰਗ ਕਰ ਰਹੇ ਸਨ। ਰਾਸ਼ਟਰਪਤੀ ਬਾਈਡਨ ਨੇ ਕਿਹਾ ਹੈ ਕਿ ਉਹਨਾਂ ਨੇ ਪੀੜਤ ਪਰਿਵਾਰਾਂ ਨੂੰ ਇਹਨਾਂ ਦਸਤਾਵੇਜ਼ਾਂ ਨੂੰ ਜਨਤਕ ਕਰਨ ਦਾ ਭਰੋਸਾ ਦਿੱਤਾ ਸੀ ਤੇ ਉਸ ਵਾਅਦੇ ਨੂੰ ਇਹ ਪੂਰਾ ਕਰ ਰਹੇ ਹਨ। ਉਹਨਾਂ ਕਿਹਾ ਕਿ 20 ਸਾਲ ਪਹਿਲਾਂ ਹੋਈ ਇਸ ਦਰਦਨਾਕ ਤੇ ਭਿਆਨਕ ਘਟਨਾ ਸੰਬੰਧੀ ਅੱਜ ਵੀ ਬਹੁਤ ਸਾਰੇ ਲੋਕ ਸਵਾਲ ਕਰ ਰਹੇ ਨੇ। ਅਮਰੀਕੀ ਪਰਿਵਾਰ ਹਾਲੇ ਵੀ ਸਵਾਲਾਂ ਦੇ ਘੇਰੇ ਵਿੱਚ ਘਿਰੇ ਹੋਏ ਨੇ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਜੀ ਉਸ ਹਮਲੇ ਵਿੱਚ ਗਵਾਏ ਸੀ। ਉਹਨਾਂ ਆਪਣੇ ਆਦੇਸ਼ ਦੇ ਵਿੱਚ ਕਿਹਾ ਕਿ ਨਿਆਂ ਮੰਤਰਾਲਾ ਅਤੇ ਉਸ ਦੀਆਂ ਕਾਰਜਕਾਰੀ ਏਜੰਸੀਆਂ ਦਸਤਾਵੇਜ਼ਾਂ ਨੂੰ ਜਨਤਕ ਕਰਨ ਦੀ ਦਿਸ਼ਾ ਦੇ ਵਿੱਚ ਕੰਮ ਸ਼ੁਰੂ ਕਰ ਦੇਣ ਅਤੇ ਅਗਲੇ 6 ਮਹੀਨਿਆਂ ਦੇ ਵਿੱਚ ਇਹਨਾਂ ਨੂੰ ਜਨਤਕ ਕੀਤਾ ਜਾਵੇ। ਬ੍ਰੇਟ ਈਗਲਸਨ ਦੱਸਣਾ ਬਣਦਾ ਹੈ ਕਿ ਇਹ ਇੱਕ ਅਜਿਹੇ ਵਿਅਕਤੀ ਨੇ ਜਿਨ੍ਹਾਂ ਦੇ ਪਿਤਾ ਜੀ ਵਰਲਡ ਟ੍ਰੇਡ ਸੈਂਟਰ ਦੇ ਵਿੱਚ ਜਿਹੜਾ 9/11 ਨੂੰ ਹਮਲਾ ਹੋਇਆ ਸੀ ਉਹਦੇ ਵਿੱਚ ਮਾਰੇ ਗਏ ਸਨ, ਆਪਣੀ ਜਾਨ ਤੋਂ ਹੱਥ ਧੋਤੇ ਸੀ। ਉਹਨਾਂ ਬਾਈਡਨ ਦੇ ਇਸ ਕਦਮ ਨੂੰ ਬੜਾ ਮਹੱਤਵਪੂਰਨ ਦੱਸਿਆ ਕਿਉਂਕਿ ਨਿਊਯਾਰਕ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਮੁਕੱਦਮਿਆਂ ਦੇ ਵਿੱਚ 9/11 ਦੇ ਪੀੜਤ ਪਰਿਵਾਰ ਇਸ ਹਮਲੇ ਵਿੱਚ ਸਾਊਦੀ ਅਰਬ ਨੂੰ ਦੋਸ਼ੀ ਮੰਨਦੇ ਹੈ। ਉਹਨਾਂ ਦਾ ਮੰਨਣਾ ਹੈ ਕਿ ਹਮਲੇ ਤੋਂ ਪਹਿਲਾਂ ਸਾਊਦੀ ਅਰਬ ਦੇ ਅਧਿਕਾਰੀਆਂ ਨੇ ਹਮਲਾਵਰਾਂ ਨੂੰ ਸਹਾਇਤਾ ਦਿੱਤੀ ਸੀ। ਹਾਲਾਂਕਿ ਸਾਊਦੀ ਅਰਬ ਇਸ ਹਮਲੇ ਤੋਂ ਵਾਰ-ਵਾਰ ਇਨਕਾਰ ਕਰ ਰਿਹਾ ਕਿ ਸਾਡਾ ਇਹਦੇ ਵਿੱਚ ਕੋਈ ਹੱਥ ਨਹੀਂ ਸੀ। ਵਰਲਡ ਟ੍ਰੇਡ ਸੈਂਟਰ ਤੇ 11 ਸਤੰਬਰ ਤੇ 2001 ਨੂੰ ਦੱਸਣਾ ਬਣਦਾ ਕਿ ਹਮਲਾ ਕਰਨ ਵਾਲਿਆਂ ਦੇ ਵਿੱਚ 15 ਸਾਊਦੀ ਵਿਅਕਤੀ ਸਨ। ਉਹਨਾਂ ਹਮਲਿਆਂ ਦੇ ਪਿੱਛੋਂ ਅਲ-ਕਾਇਦਾ ਦੇ ਮੁਖੀ ਉਸਾਮਾ ਬਿਨ ਲਾਦੇਨ ਜਿਹੜੇ ਦੁਨੀਆ ਦੇ ਵਿੱਚ ਇੱਕ ਵੱਡੇ ਅੱਤਵਾਦੀ ਦੇ ਰੂਪ ਵਿੱਚ ਉਭਰੇ ਸੀ, ਦਰਅਸਲ ਉਹ ਵੀ ਇੱਕ ਸਾਊਦੀ ਅਰਬ ਦੇ ਨਾਗਰਿਕ ਸਨ ਤੇ ਉਸ ਹਮਲੇ ਦੇ ਵਿੱਚ 3000 ਤੋਂ ਵੱਧ ਲੋਕ ਆਪਣੀ ਜਾਨ ਤੋਂ ਹੱਥ ਧੋ ਗਏ ਸੀ ਅਤੇ ਹਵਾਬਾਜ਼ੀ ਦੇ ਇਤਿਹਾਸ ਦੇ ਵਿੱਚ ਇਹ ਬਹੁਤ ਵੱਡਾ ਅੱਤਵਾਦੀ ਹਮਲਾ ਸੀ। ਹੁਣ ਵੇਖਦੇ ਹਾਂ ਕਿ ਕਦੋਂ ਇਹ ਜਿਹੜੇ ਦਸਤਾਵੇਜ਼ ਨੇ ਜਨਤਕ ਕੀਤੇ ਜਾਂਦੇ ਹੈ ਤੇ ਉਹਨਾਂ ਦੇ ਵਿੱਚੋਂ ਨਿਕਲ ਕੇ ਕੀ ਕੁਝ ਸਾਹਮਣੇ ਆਉਂਦਾ ਹੈ। ਅਗਲੀ ਖਬਰ, ਪੰਜਾਬ ਦੇ ਵਿੱਚ ਤਕਰੀਬਨ ਇੱਕ ਦਹਾਕਾ ਇਸ ਤਰ੍ਹਾਂ ਦਾ ਦੌਰ ਸੀ ਜਦੋਂ ਸੂਰਜ ਛਿਪਣ ਤੋਂ ਪਹਿਲਾਂ ਲੋਕ ਦਰਵਾਜ਼ੇ ਜਿੰਦੇ ਕੁੰਡੇ ਮਾਰ ਲੈਂਦੇ ਸਨ। ਇਹ ਨਹੀਂ ਸੀ ਪਤਾ ਹੁੰਦਾ ਕਿ ਪਿੰਡ ਵਿੱਚ ਜੇਕਰ ਅੱਜ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਕਿਹਦੇ ਨੌਜਵਾਨ ਪੁੱਤਰ ਨੂੰ ਚੁੱਕ ਲਿਆ ਜਾਵੇ, ਕਿਹਨੂੰ ਖਪਾ ਦਿੱਤਾ ਜਾਵੇ ਤੇ ਕਿਹਨੂੰ ਲਾਵਾਰਸ ਲਾਸ਼ ਕਹਿ ਕੇ ਸਾੜ ਦਿੱਤਾ ਜਾਵੇ ਤੇ ਉਹਦਾ ਪਤਾ ਹੀ ਨਾ ਲੱਗੇ। ਉਹਨਾਂ ਲਾਸ਼ਾਂ ਦੀ ਪੈਰਵੀ ਕਰਨ ਵਾਲੇ ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਪੁਲਿਸ ਨੇ ਖਪਾ ਦਿੱਤੇ। ਲਾਵਾਰਸ ਲਾਸ਼ਾਂ ਨੂੰ ਲੱਭਦਿਆਂ ਆਖਰਕਾਰ ਲਾਵਾਰਸ ਲਾਸ਼ ਬਣ ਗਏ ਸਨ। ਇਸ ਮਸਲੇ ਦੇ ਵਿੱਚ ਖਾਲੜਾ ਸਾਹਿਬ ਦੀ ਸਭ ਤੋਂ ਵੱਡੀ ਉਦਾਹਰਨ ਦਿੱਤੀ ਜਾ ਸਕਦੀ ਹੈ। ਪਰ ਹੁਣ ਖਬਰ ਹੈ ਕਿ ਫਰਜ਼ੀ ਮੁਕਾਬਲਿਆਂ ਦੇ ਵਿੱਚ ਜਿਹੜੇ ਫਸੇ ਹੋਏ ਪੁਲਿਸ ਅਧਿਕਾਰੀ ਨੇ, ਮੁਲਾਜ਼ਮ ਨੇ, ਅਫਸਰ ਨੇ, ਉਹ ਬਚਣਗੇ ਨਹੀਂ। ਉਹਨਾਂ ਤੇ ਗਾਜ਼ ਡਿੱਗੇਗੀ ਤੇ ਉਹਨਾਂ ਦੇ ਖਿਲਾਫ ਬੜੀ ਜਲਦ ਕਾਰਵਾਈ ਹੋ ਸਕਦੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਸੰਬੰਧ ਦੇ ਵਿੱਚ ਆਦੇਸ਼ ਜਾਰੀ ਕਰ ਦਿੱਤੇ ਹੈ ਕਿ 1992 ਤੋਂ 1994 ਤੱਕ ਪੰਜਾਬ ਦੇ ਨੌਜਵਾਨਾਂ ਦੇ ਗਾਇਬ ਹੋਣ, ਲਾਵਾਰਸ ਅੰਤਮ ਸੰਸਕਾਰ ਕਰਨ ਦੇ ਨਾਲ ਜਿਹੜੇ ਸੰਬੰਧਿਤ ਮਾਮਲੇ ਹੈ ਉਹਨਾਂ ਦੀ ਜਾਂਚ ਲਈ CBI ਦੀ ਜੰਮੂ ਬ੍ਰਾਂਚ ਦਾ ਅਧਿਕਾਰ ਖੇਤਰ ਨੂੰ ਨਜਾਇਜ਼ ਨਹੀਂ ਮੰਨਿਆ ਜਾ ਸਕਦਾ। ਹਾਈ ਕੋਰਟ ਦੇ ਮਾਨਯੋਗ ਜੱਜ ਅਰਵਿੰਦ ਸਿੰਘ ਸਾਗਵਾਨ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਦਾਇਰ ਪਟੀਸ਼ਨਾਂ ਨੂੰ ਖਾਰਜ ਕੀਤਾ ਸੀ। ਇਸ ਸਾਰੇ ਅਧਿਕਾਰੀ ਇਸ ਮਾਮਲੇ ਦੇ ਵਿੱਚ ਜਿਹੜੇ ਕਹਿੰਦੇ ਸੀ ਕਿ ਅਸੀਂ ਤਾਂ ਹੁਣ ਸੇਵਾ ਮੁਕਤ ਹੋ ਚੁੱਕੇ ਹਾਂ, ਇਹਨਾਂ ਅਧਿਕਾਰੀਆਂ ਤੇ ਨਿਰਦੋਸ਼ ਲੋਕਾਂ ਦੀ ਹੱਤਿਆ ਦੀ CBI ਨੇ ਦੋਸ਼ ਤੈਅ ਕੀਤੇ ਸੀ।
ਹੁਣ ਅਜਿਹੇ ਮਾਮਲੇ ਜਿਨ੍ਹਾਂ 'ਚ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ ਤੇ ਸੁਣਵਾਈ ਤੇ ਰੋਕ ਲੱਗੀ ਹੋਈ ਸੀ, ਉਹਨਾਂ ਦੀ ਦੁਬਾਰਾ ਸੁਣਵਾਈ ਹੋਏਗੀ। ਵੱਡੀ ਗਿਣਤੀ ਵਿੱਚ ਹੋ ਸਕਦਾ ਕਿ ਪੁਲਿਸ ਮੁਲਾਜ਼ਮ, ਪੁਲਿਸ ਅਫਸਰ ਉਹਨਾਂ ਤੇ ਗਾਜ਼ ਡਿੱਗੇ, ਔਰ ਤੈਅ ਹੈ ਹੁਣ, ਕਿਉਂਕਿ ਇਹ ਸੁਣਵਾਈ ਦੁਬਾਰਾ ਹੋਊਗੀ। ਹਾਈ ਕੋਰਟ ਦੇ ਵਿੱਚ ਦਾਖਲ ਵੱਖ-ਵੱਖ ਅਰਜ਼ੀਆਂ ਦੇ ਰਾਹੀਂ CBI ਦੇ ਵੱਲੋਂ ਜੰਮੂ ਕਸ਼ਮੀਰ ਦੇ ਵਿੱਚ ਦਰਜ ਕੇਸ ਨੂੰ ਚੁਣੌਤੀ ਦੇ ਦਿੱਤੀ ਗਈ ਸੀ। ਅਰਜ਼ੀ ਦੇ ਵਿੱਚ ਦੱਸਿਆ ਗਿਆ ਸੀ ਕਿ ਪਟਿਆਲਾ ਦੀ CBI ਅਦਾਲਤ ਨੇ ਉਹਨਾਂ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ ਜਿਸ ਵਿੱਚ ਉਹਨਾਂ ਨੇ ਕੇਸ ਤੇ ਜੰਮੂ ਕਸ਼ਮੀਰ ਵਿੱਚ ਦਰਜ ਹੋਣ ਦੀ ਗੱਲ ਆਖੀ ਸੀ। ਪਟੀਸ਼ਨ ਦੇ ਵਿੱਚ ਆਖਿਆ ਗਿਆ ਸੀ ਕਿ ਮਾਮਲੇ ਪੰਜਾਬ ਦੇ ਨੇ, ਜਦੋਂ ਕਿ CBI ਨੇ ਕੇਸ ਜੰਮੂ ਕਸ਼ਮੀਰ ਵਿੱਚ ਦਰਜ ਕੀਤਾ ਹੈ। ਇਹ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਮਾਮਲਾ ਜੰਮੂ ਕਸ਼ਮੀਰ ਵਿੱਚ ਦਰਜ ਹੋਇਆ ਤਾਂ ਪਟਿਆਲਾ ਦੀ CBI ਅਦਾਲਤ ਇਸ ਨੂੰ ਕਿਵੇਂ ਸੁਣ ਸਕਦੀ ਹੈ। ਅਰਜ਼ੀਆਂ 'ਚ ਚਾਰਜ ਸ਼ੀਟ ਖਾਰਜ ਕਰਨ ਦੀ ਅਤੇ ਮਾਮਲੇ ਨੂੰ ਰਫਾ ਦਫਾ ਭਾਵ ਖਤਮ ਕਰਨ ਲਈ ਅਪੀਲ ਕੀਤੀ ਗਈ ਸੀ। CBI ਅਦਾਲਤ ਨੇ ਇਹਨਾਂ ਸਾਰੀਆਂ ਅਰਜ਼ੀਆਂ ਨੂੰ ਮੁੜ ਤੋਂ ਖਾਰਜ ਕਰ ਦਿੱਤਾ ਸੀ ਅਤੇ CBI ਦੀ ਕਾਰਵਾਈ ਨੂੰ ਸਹੀ ਕਰਾਰ ਦਿੱਤਾ ਸੀ। ਇਸ ਫੈਸਲੇ ਖਿਲਾਫ ਸਾਰੇ ਪੁਲਿਸ ਅਧਿਕਾਰੀਆਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਸੀ। ਹਾਈ ਕੋਰਟ ਨੇ ਪਟੀਸ਼ਨ ਨੂੰ ਸੁਣਵਾਈ ਕਰਦਿਆਂ ਇਹ ਖਾਰਜ ਕਰ ਦਿੱਤੀ ਹੈ। ਕਿਹਾ ਕਿ CBI ਦੇ ਕੁਝ ਵਿਸ਼ੇਸ਼ ਵਿੰਗ ਹੁੰਦੇ ਨੇ ਜਿਨ੍ਹਾਂ ਦਾ ਅਧਿਕਾਰ ਖੇਤਰ ਪੰਜਾਬ, ਜੰਮੂ ਜਾਂ ਦਿੱਲੀ ਜਾਂ ਕੋਈ ਹੋਰ ਨਹੀਂ, ਸਗੋਂ ਸਮੁੱਚਾ ਮੁਲਕ ਹੁੰਦਾ ਹੈ। ਅਜਿਹੇ ਵਿੱਚ ਇਹ ਕਹਿਣਾ ਗਲਤ ਹੈ ਕਿ CBI ਨੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ FIR ਦਰਜ ਕੀਤੀ ਹੈ। ਪੰਜਾਬ ਪੁਲਿਸ ਵੱਲੋਂ ਵੱਡੀ ਗਿਣਤੀ 'ਚ ਲਾਵਾਰਸ ਲਾਸ਼ਾਂ ਦਾ ਅੰਤਮ ਸੰਸਕਾਰ ਕਰਨ, ਝੂਠੇ ਪੁਲਿਸ ਮੁਕਾਬਲੇ ਬਣਾਉਣੇ ਭਾਵ ਫਰਜ਼ੀ ਇਨਕਾਊਂਟਰ ਤੋਂ ਬਾਅਦ ਸੁਪਰੀਮ ਕੋਰਟ ਨੇ 15 ਨਵੰਬਰ 1995 ਵਿੱਚ ਮੁੱਢਲੀ ਜਾਂਚ ਦਾ CBI ਨੂੰ ਆਦੇਸ਼ ਦਿੱਤਾ ਸੀ। ਉਸ ਆਦੇਸ਼ ਦੇ ਅਨੁਸਾਰ ਮੁੱਢਲੀ ਜਾਂਚ ਤੋਂ ਬਾਅਦ 1997 ਦੇ ਵਿੱਚ FIR ਦਰਜ ਕੀਤੀ ਗਈ ਸੀ ਅਤੇ 1999 ਦੇ ਵਿੱਚ ਚਲਾਨ ਪੇਸ਼ ਕਰ ਦਿੱਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਹਨਾਂ ਮਾਮਲਿਆਂ ਦੇ ਵਿੱਚ ਵੱਖ-ਵੱਖ ਕਾਰਨਾਂ ਦੇ ਕਰਕੇ ਟ੍ਰਾਇਲ ਲਟਕਦੇ ਰਹੇ ਆ। ਤੁਸੀਂ ਦੇਖੋ ਕਿ 1999 ਤੋਂ 2021 ਦੇ ਵਿੱਚ ਜਾ ਕੇ ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਨਹੀਂ, ਜਿਹੜੇ ਅਧਿਕਾਰੀਆਂ ਨੇ ਫਰਜ਼ੀ ਮੁਕਾਬਲੇ ਬਣਾਏ, ਲਾਵਾਰਸ ਲਾਸ਼ਾਂ ਕਹਿ ਕੇ ਵਾਰਸਾਂ ਦੇ ਹਵਾਲੇ ਨਾ ਕੀਤੀਆਂ ਤੇ ਸਾੜ ਦਿੱਤੀਆਂ, ਉਹਨਾਂ ਦੇ ਉੱਤੇ ਬਣਦੀ ਕਾਰਵਾਈ ਹੋਵੇ। ਹੁਣ ਇੱਕ ਨਹੀਂ, ਅਨੇਕਾਂ ਪੁਲਿਸ ਅਧਿਕਾਰੀ ਨੇ, ਮੁਲਾਜ਼ਮ ਨੇ, ਅਫਸਰ ਨੇ ਜਿਹੜੇ ਰਿਟਾਇਰ ਵੀ ਹੋ ਚੁੱਕੇ ਨੇ, ਸੇਵਾ ਮੁਕਤ ਹੋ ਚੁੱਕੇ ਨੇ, ਉਹਨਾਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆ ਕੇ ਕਟਹਿਰੇ ਵਿੱਚ ਖੜਾ ਕੀਤਾ ਜਾਏਗਾ ਅਤੇ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਗਿਆ। ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਈ ਦਹਾਕੇ ਪੁਰਾਣੇ ਕੇਸ ਨੂੰ ਕਿੰਨੀ ਕੁ ਤੇਜ਼ੀ ਦੇ ਨਾਲ ਅੱਗੇ ਵਧਾਇਆ ਜਾਂਦਾ ਹੈ। ਪਰ ਜਿਨ੍ਹਾਂ ਪਰਿਵਾਰਾਂ ਦੇ ਜਵਾਨ ਪੁੱਤ ਖਪਾ ਦਿੱਤੇ ਗਏ ਨੇ ਉਹਨਾਂ ਵਾਸਤੇ ਇਹ ਬਹੁਤ ਵੱਡੀ ਖਬਰ ਹੈ। ਅਗਲੀ ਖਬਰ ਖੇਤੀ ਕਾਨੂੰਨਾਂ ਦੇ ਨਾਲ ਸੰਬੰਧਿਤ ਖਬਰ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਤਿੱਖੇ ਵਾਰ ਕੀਤੇ ਨੇ ਕੈਪਟਨ ਅਮਰਿੰਦਰ ਸਿੰਘ ਨੇ। ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੰਜਾਬ ਦੇ ਨਾਰਾਜ਼ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਲਈ ਇੱਕ ਪੈਨਲ ਬਣਾਇਆ ਗਿਆ। ਉਸ ਪੈਨਲ ਦੀ ਖਿੱਲੀ ਉਡਾਈ ਹੈ ਕੈਪਟਨ ਅਮਰਿੰਦਰ ਸਿੰਘ ਨੇ। ਉਹਨਾਂ ਕਿਹਾ ਕਿ ਕੋਈ ਵੀ ਗੱਲਬਾਤ ਬਾਦਲਾਂ ਨੂੰ ਕਿਸਾਨ ਭਾਈਚਾਰੇ ਉੱਤੇ ਘਿਨਾਉਣੇ ਅਤੇ ਗੈਰ ਜਮਹੂਰੀ ਖੇਤੀ ਕਾਨੂੰਨ ਥੋਪਣ ਵਿੱਚ ਨਿਭਾਈ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕਰ ਸਕਦੀ। ਕੈਪਟਨ ਨੇ ਕਿਹਾ ਕਿ ਬਾਦਲ ਜਿੱਥੇ ਇਸ ਸਾਰੀ ਸਮੱਸਿਆ ਦੀ ਜੜ ਨੇ, ਉੱਥੇ ਹੀ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਏਜੰਡੇ ਦੀ ਸਾਜ਼ਿਸ਼ ਵਿੱਚ ਵੀ ਇਹਨਾਂ ਦੀ ਮਿਲੀ ਭੁਗਤ ਸੀ, ਜਿਸ ਕਰਕੇ ਅਕਾਲੀ ਨਾ ਤਾਂ ਕਿਸਾਨਾਂ ਨਾਲ ਸਮਝ ਪੈਦਾ ਕਰ ਸਕੇ, ਨਾ ਹੀ ਇਹ ਮਾਫੀ ਦੇ ਲਾਇਕ ਨੇ ਅਤੇ ਨਾ ਹੀ ਇਸ ਦੀ ਇਹ ਕੋਈ ਆਸ ਰੱਖਣ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਪ੍ਰਤੀ ਅਕਾਲੀਆਂ ਦੇ ਰਵੱਈਏ ਦੀ ਮਿਸਾਲ ਤਾਂ ਇਸ ਗੱਲ ਤੋਂ ਮਿਲ ਜਾਂਦੀ ਹੈ ਕਿ ਹੁਣ ਵੀ ਕਿਸਾਨਾਂ ਦੀ ਪੀੜਾ ਤੇ ਵੇਦਨਾ ਦਾ ਉਹ ਅਹਿਸਾਸ ਕਰਨ ਦੀ ਬਜਾਏ ਸੁਖਬੀਰ ਬਾਦਲ ਪ੍ਰਦਰਸ਼ਨਕਾਰੀਆਂ ਨੂੰ ਕਿਸਾਨ ਮੰਨਣ ਤੋਂ ਹੀ ਇਨਕਾਰੀ ਹੋ ਰਿਹਾ ਹੈ ਅਤੇ ਇੱਥੋਂ ਤੱਕ ਕਿ ਕਿਸਾਨਾਂ ਦੀ ਕਾਂਗਰਸ ਸਮੇਤ ਹੋਰ ਸਿਆਸੀ ਪਾਰਟੀਆਂ ਪ੍ਰਤੀ ਵਫਾਦਾਰੀ ਹੋਣ ਦੇ ਦੋਸ਼ ਲਾ ਰਿਹਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਨੇ ਜਾਂ ਕਾਂਗਰਸ ਦੇ ਨੇ। ਕਹਿੰਦੇ ਉਹ ਦੋਸ਼ ਲਾ ਕੇ ਸਗੋਂ ਉਹਨਾਂ ਨੂੰ ਬੇਇੱਜ਼ਤ ਕਰ ਰਿਹਾ ਹੈ। ਕੈਪਟਨ ਨੇ ਕਿਹਾ ਕਿ ਜੇਕਰ ਸੁਖਬੀਰ ਇੱਕ ਕਿਸਾਨ ਨੂੰ ਪਛਾਣ ਤੱਕ ਨਹੀਂ ਸਕਦਾ ਤਾਂ ਫਿਰ ਕਿਸਾਨਾਂ ਦਾ ਭਰੋਸਾ ਤੇ ਵਿਸ਼ਵਾਸ ਹਾਸਲ ਕਿਵੇਂ ਕਰਨ ਦੀ ਉਮੀਦ ਰੱਖ ਸਕਦਾ ਹੈ। ਉਹਨਾਂ ਕਿਹਾ ਕਿ ਸਿਰਫ ਪੰਜਾਬ ਦੀ ਧਰਤੀ ਦਾ ਸੱਚਾ ਪੁੱਤਰ ਹੀ ਆਪਣੇ ਲੋਕਾਂ ਤੇ ਉਹਨਾਂ ਦੀਆਂ ਦੁੱਖਾਂ ਤਕਲੀਫਾਂ ਦਾ ਅਸਲ ਹਮਦਰਦ ਹੋ ਸਕਦਾ। ਤੇ ਇੱਥੇ ਟਿੱਪਣੀ ਕਰ ਲਈਏ, ਜੇ ਸੱਚਾ ਪੁੱਤਰ ਕਿਸਾਨਾਂ ਦਾ ਹਮਦਰਦ ਹੋ ਸਕਦਾ, ਕੈਪਟਨ ਅਮਰਿੰਦਰ ਸਿੰਘ ਜੀ ਆਪਣੇ ਸੀਨੇ ਤੇ ਹੱਥ ਰੱਖ ਕੇ ਦੱਸ ਦਿਓ ਕਿ ਤੁਸੀਂ ਜਿਹੜੇ ਪੰਜਾਬ ਵਿਧਾਨ ਸਭਾ ਦੇ ਵਿੱਚ ਸੋਧ ਬਿੱਲ ਪਾਸ ਕੀਤਾ ਸੀ, ਤੁਹਾਡੇ ਉੱਤੇ ਕਿੰਨਾ ਪ੍ਰੈਸ਼ਰ ਬਣਾਇਆ ਸੀ ਤਾਂ ਕੀਤਾ, ਕਿੰਨੇ ਮਹੀਨੇ ਬੀਤ ਗਏ, ਤੁਸੀਂ ਦੱਸ ਦਿਓ ਕਿ ਉਹਦੇ ਤੇ ਦੁਬਾਰਾ ਕਿਹੜੀ ਤੁਸੀਂ ਗੱਲਬਾਤ ਕੀਤੀ ਹੈ।
ਤੁਸੀਂ ਇਹ ਦੱਸ ਦਿਓ ਤੁਹਾਡੇ ਹੱਕ ਤੇ ਡਾਕਾ ਪਿਆ ਕਿਉਂਕਿ ਸਟੇਟ ਸਰਕਾਰ ਇਹਨਾਂ ਕਾਨੂੰਨਾਂ ਨੂੰ ਬਣਾ ਸਕਦੀ ਸੀ। ਤੁਸੀਂ ਮੁੱਖ ਮੰਤਰੀ ਹੋਣ ਦੇ ਨਾਤੇ ਦਿੱਲੀ ਕਿੰਨੀ ਵਾਰੀ ਗਏ, ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਹੋਰਾਂ ਨਾਲ ਇਸ ਮਸਲੇ ਤੇ ਕਿੰਨੀ ਵਾਰੀ ਗੱਲਬਾਤ ਕੀਤੀ ਕਿ ਕਿਸਾਨਾਂ ਦੇ ਹੱਕਾਂ ਤੇ ਵੀ ਡਾਕਾ ਤੇ ਸਟੇਟ ਸਰਕਾਰਾਂ ਦੇ ਹੱਕਾਂ ਤੇ ਵੀ ਡਾਕਾ? ਦੱਸਿਓ। ਇਹ ਦੱਸ ਦਿਓ ਕਿ ਮੋਗਾ ਦੇ ਵਿੱਚ ਛੱਲੀਆਂ ਵਾਂਗੂ ਕੁਰਸੁੱਟੇ ਕਿਸਾਨ ਕਿੰਨੇ ਦਿਨ ਬੀਤ ਗਏ, ਤੁਸੀਂ ਨਾ ਮੁਆਫੀ ਮੰਗੀ ਹੈ, ਨਾ ਪਰਚੇ ਰੱਦ ਕਰਵਾਏ ਨਹੀਂ। ਤੁਹਾਨੂੰ 8 ਤਰੀਕ ਦਾ ਹੁਣ ਅਲਟੀਮੇਟਮ ਦਿੱਤਾ ਹੋਇਆ ਹੈ, ਹਮਾਮ 'ਚ ਤੁਸੀਂ ਵੀ ਉਹ ਨਹੀਂ ਲੰਘੇ ਹੋ। ਤੇ ਨਾਲ ਹੀ ਕੈਪਟਨ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਚੁਣਾਵੀ ਪ੍ਰੋਗਰਾਮਾਂ ਨੂੰ ਮੁਲਤਵੀ ਕਰ ਦੇਣ ਅਤੇ ਕਿਸਾਨਾਂ ਨਾਲ ਗੱਲਬਾਤ ਚਲਾਉਣ ਲਈ ਪੈਨਲ ਦਾ ਗਠਿਤ ਕੀਤੇ ਜਾਣ ਨੂੰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵੋਟਰਾਂ ਨੂੰ ਰੁਝਾਉਣ ਦੀ ਬੁਖਲਾਹਟ ਭਰਿਆ ਇੱਕ ਕਦਮ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਮੈਂ ਤਾੜਨਾ ਕਰਦਾ ਹਾਂ ਕਿ ਕਿਸਾਨ ਅਤੇ ਪੰਜਾਬ ਦੇ ਲੋਕ ਮੂਰਖ ਨਹੀਂ, ਇਹਨਾਂ ਨੂੰ ਝੂਠਾਂ ਦੇ ਜ਼ਰੀਏ ਮੂਰਖ ਬਣਾਉਣ ਦੀਆਂ ਤੁਹਾਡੀਆਂ ਕੋਸ਼ਿਸ਼ਾਂ ਉਲਟਾ ਤੁਹਾਡੇ ਖਿਲਾਫ ਜਾਣਗੀਆਂ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਨੇ ਤੁਹਾਨੂੰ ਪੂਰੀ ਤਰ੍ਹਾਂ ਅਤੇ ਸਪਸ਼ਟ ਰੂਪ ਵਿੱਚ ਨਕਾਰ ਦਿੱਤਾ ਹੈ। ਜੋ ਤੁਸੀਂ ਪਹਿਲਾਂ ਤਾਂ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ 10 ਸਾਲ ਪੰਜਾਬ ਨੂੰ ਲੁੱਟਿਆ, ਉਸ ਤੋਂ ਬਾਅਦ ਕਿਸਾਨਾਂ ਉੱਤੇ ਖੇਤੀ ਕਾਨੂੰਨ ਜ਼ਬਰੀ ਮੜਨ ਦੇ ਵਿੱਚ ਭਾਜਪਾ ਨਾਲ ਸਾਂਝ ਪੁਗਾਈ। ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਦੀ ਸਮੁੱਚੀ ਵਿਧਾਨਕ ਪ੍ਰਕਿਰਿਆ ਦੇ ਮੌਕੇ ਸ਼੍ਰੋਮਣੀ ਅਕਾਲੀ ਦਲ ਕੇਂਦਰ ਦੇ ਵਿੱਚ ਐਨਡੀਏ ਸਰਕਾਰ ਦਾ ਅੰਗ ਸੀ। ਹਰਸਿਮਰਤ ਕੌਰ ਬਾਦਲ ਵਜ਼ਾਰਤ ਦਾ ਹਿੱਸਾ ਸਨ ਜਦੋਂ ਆਰਡੀਨੈਂਸਾਂ ਨੂੰ ਮਨਜ਼ੂਰੀ ਦਿੱਤੀ ਗਈ। ਕਿਸਾਨਾਂ ਲਈ ਮੌਤ ਦੀ ਘੰਟੀ ਜਿਹੜੇ ਆ ਕਾਨੂੰਨ ਬਣੇ ਹੋਏ ਨੇ, ਉਹ ਕਹਿੰਦੇ ਅਕਾਲੀ ਦਲ ਉਹਦਾ ਭਾਗੀਦਾਰ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਐਨਡੀਏ ਨਾਲੋਂ ਅਲੱਗਾ ਹੋਣ ਦੀ ਨੌਟੰਕੀ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਤੋਂ ਵੱਧ ਕੁਝ ਨਹੀਂ। ਤੇ ਹੁਣ ਆਪਾਂ ਤੁਹਾਨੂੰ ਵੀ ਪੁੱਛ ਲੈਂਦੇ ਹਾਂ ਕੈਪਟਨ ਸਾਹਿਬ, ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਲੋਕਾਂ ਨਾਲ ਝੂਠ ਬੋਲਿਆ, ਉਹ ਭਾਈ ਕੇਂਦਰ ਸਰਕਾਰ ਦਾ ਹਿੱਸਾ ਸੀ। ਝੂਠ ਤਾਂ ਤੁਸੀਂ ਵੀ ਬੋਲੇ ਨੇ, ਤੁਸੀਂ ਤਾਂ ਉਹਨਾਂ ਤੋਂ ਵੀ ਅੱਗੇ ਵਧੇ ਹੋ, ਹੱਦ ਕੀਤੀ ਹੈ। ਤੁਸੀਂ ਤਾਂ ਜਿਹੜੀਆਂ ਉਹਨਾਂ ਦੇ ਰਾਜ ਵਿੱਚ ਬੇਅਦਬੀਆਂ ਹੋਈਆਂ ਸੀ, ਕਿਹਾ ਸੀ ਇਨਸਾਫ ਦੇਵਾਂਗੇ, ਦੱਸੋ ਕੀ ਦਿੱਤਾ? 4.5 ਸਾਲ ਬੀਤ ਗਏ। ਤੁਸੀਂ ਇਹ ਦੱਸ ਦਿਓ, ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਤਲਵੰਡੀ ਸਾਬੋ ਵੱਲ ਨੂੰ, ਦਮਦਮਾ ਸਾਹਿਬ ਵੱਲ ਨੂੰ ਹੱਥ ਕਰਕੇ 4 ਹਫ਼ਤਿਆਂ ਦੀ ਮੋਹਲਤ ਮੰਗੀ ਸੀ, ਤੁਸੀਂ ਦੱਸ ਦਿਓ ਕੀ ਕੀਤਾ? ਘਰ ਘਰ ਰੁਜ਼ਗਾਰ ਤੁਸੀਂ ਦੇਣਾ ਸੀ, ਦੱਸੋ ਕੀ ਕੀਤਾ? ਨਜਾਇਜ਼ ਮਾਈਨਿੰਗ ਬੰਦ ਕਰਨੀ ਸੀ, ਦੱਸੋ ਕਰ ਦਿੱਤੀ? ਆ ਬੀਤੇ ਦਿਨੀ ਤੁਹਾਡੀ ਇੱਕ ਵਿਧਾਇਕਾ ਦਾ ਘਰ ਵਾਲਾ ਕਹਿੰਦਾ ਸੀ ਕਿ ਯਾਰ ਜੇ ਕੋਈ ਪੱਜਲੀ ਨਹੀਂ ਪੈਂਦਾ ਤੇ ਬਦਨਾਮੀ ਵੀ ਕਰਾਈ ਜਾਂਦੇ ਆ, ਤੁਸੀਂ ਉਹਦਾ ਜਵਾਬ ਦੇ ਦਿਓ। ਬਿਜਲੀ ਬਿੱਲ, ਬਿਜਲੀ ਸਮਝੌਤੇ ਤੁਸੀਂ ਕਿਹਾ ਸੀ ਰੱਦ ਕਰਾਂਗੇ। ਤੁਹਾਡੇ ਚੋਣ ਮਨੋਰਥ ਪੱਤਰ ਤੇ 2017 ਤੋਂ ਪਹਿਲਾਂ ਝੂਠ ਦੀ ਪੰਡ ਤੁਸੀਂ ਵੀ ਪੂਰੀ ਤਰ੍ਹਾਂ ਖੋਲੀ ਹੈ। ਹੁਣ ਕਹਿੰਦੇ ਹੋ ਸਮਝੌਤੇ ਰੱਦ ਨਹੀਂ ਹੋ ਸਕਦੇ। ਜਦੋਂ ਮੈਨੀਫੈਸਟੋ ਲਿਖਿਆ ਜਾ ਰਿਹਾ ਸੀ, ਸੁੱਤੇ ਪਏ ਸੀ। ਜੇ ਉਹ ਝੂਠੇ ਨੇ ਤਾਂ ਸੱਚੇ ਪੁੱਤਰ ਤੁਸੀਂ ਵੀ ਨਹੀਂ। ਹੁਣ ਅਸਲ ਦੇ ਵਿੱਚ ਕੱਲ ਕੁਛ ਵੀ ਹੋਵੇ, ਸੁਖਬੀਰ ਬਾਦਲ ਹੋਣਾ ਨੂੰ ਲੱਗਦਾ ਹੈ ਕਿ ਮਗਰਮੱਛ ਦੇ ਹੰਝੂ ਵਹਾਈਏ ਤੇ ਸ਼ਾਇਦ ਵੋਟਾਂ ਸਾਨੂੰ ਪੈ ਜਾਣ ਤੇ ਸਰਕਾਰ ਅਸੀਂ ਬਣਾ ਲਈਏ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਦਾ ਹੈ ਕਿ ਮੈਂ ਕਦੇ-ਕਦੇ ਇਸ ਤਰ੍ਹਾਂ ਦਾ ਕੋਈ ਬਿਆਨ ਦੇ ਦਿਆਂ ਤੇ ਫਿਰ ਦੁਬਾਰਾ ਸਰਕਾਰ ਮੇਰੀ ਬਣ ਜਾਏ। ਅਸਲ ਦੇ ਵਿੱਚ ਇਹ ਟਕਵੰਜ ਨੇ, ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ, ਭਾਵੇਂ ਸ਼੍ਰੋਮਣੀ ਅਕਾਲੀ ਦਲ ਵਾਲੇ ਨੇ। ਕਿਸਾਨਾਂ ਦੇ ਨਾਲ ਗੱਲਬਾਤ ਤਾਂ ਤੁਸੀਂ ਵੀ ਚੱਜ ਨਾਲ ਨਹੀਂ ਕੀਤੀ। ਆਰਡੀਨੈਂਸ ਤੋਂ ਪਹਿਲਾਂ ਦੱਸ ਦਿਓ ਤੇ ਆਰਡੀਨੈਂਸ ਤੋਂ ਬਾਅਦ ਦੇ ਵਿੱਚ ਦੱਸ ਦਿਓ। ਤੁਸੀਂ ਤਾਂ ਕਹਿੰਦੇ ਸੀ ਕਰਜ਼ਾ ਕੁਰਕੀ ਖਤਮ ਹੋ ਜੂ, ਦੱਸ ਦਿਓ ਕਿ ਕਰਜ਼ਾ ਤੇ ਕੁਰਕੀ ਖਤਮ ਹੋ ਗਈ। ਅੱਗੇ ਚੱਲ ਕੇ ਖਬਰ ਆਉਣੀ ਹੈ, ਪੰਜਾਬ ਦਾ ਕਿਸਾਨ ਅੱਜ ਹੀ ਦਮ ਤੋੜੀ ਹੈ, ਉਹਦੇ ਸਿਰ ਵੀ ਕਰਜ਼ਾ ਹੈ। ਔਰ ਛੋਟੇ ਕਿਸਾਨ ਜਿਨ੍ਹਾਂ ਕੋਲ 2-2 1.5 ਏਕੜ ਜ਼ਮੀਨ ਹੈ, ਉਹ ਹਾਲੇ ਵੀ ਸਰਕਾਰੀ ਕਰਜ਼ਾ ਸਿਰ ਤੇ ਚੁੱਕੀ ਫਿਰਦੇ ਆ। ਹੁਣ ਜੋ ਤੁਸੀਂ ਕਹਿੰਦੇ ਹੋ ਨਾ ਕਿ ਸਿਰਫ ਸੁਖਬੀਰ ਬਾਦਲ ਜਾਂ ਬਾਦਲ ਕੇ ਝੂਠ ਬੋਲਦੇ ਆ, ਸਪਸ਼ਟ ਤੁਹਾਨੂੰ ਵੀ ਕਰਨਾ ਪਊ ਕਿ ਪੰਜਾਬ ਦੇ ਲੋਕਾਂ ਦੇ ਨਾਲ ਧਰੋ ਤਾਂ ਤੁਸੀਂ ਵੀ ਕੀਤਾ। ਹੁਣ ਅਗਲੀ ਖਬਰ, ਮੁਜ਼ੱਫਰਨਗਰ ਦੇ ਵਿੱਚ ਅੱਜ ਕਿਸਾਨ ਮਹਾ ਪੰਚਾਇਤ ਹੋ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਮੁਜ਼ੱਫਰਨਗਰ ਦੇ ਵਿੱਚ ਜਿਹੜੀ ਮਹਾ ਪੰਚਾਇਤ ਹੋ ਰਹੀ ਹੈ, ਇਸ ਪੰਚਾਇਤ ਨੂੰ ਮਿਸ਼ਨ ਯੂਪੀ ਅਤੇ ਮਿਸ਼ਨ ਉੱਤਰਾਖੰਡ ਇਹ ਦੱਸਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਮਹਾ ਪੰਚਾਇਤ ਦੇ ਨਾਲ ਇਹਨਾਂ ਸੂਬਿਆਂ ਦੇ ਵਿੱਚ ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਕਰਨ, ਬਿਜਲੀ ਸੋਧ ਬਿੱਲ 2020 ਵਾਪਸ ਲੈਣ, ਸਾਰੇ ਖੇਤੀ ਉਤਪਾਦਾਂ ਦੀ ਵਿਆਪਕ ਲਾਗਤ ਦੇ ਨਾਲ 1.5 ਗੁਣਾ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦ ਦੀ ਕਾਨੂੰਨੀ ਗਰੰਟੀ ਦੀ ਮੰਗ ਪੂਰੀ ਕਰਨ ਲਈ ਇਹ ਜੋ ਸੰਘਰਸ਼ ਚੱਲ ਰਿਹਾ ਹੈ, ਇਹਨੂੰ ਤੇਜ਼ ਕੀਤਾ ਜਾਏਗਾ। ਕਿਸਾਨ ਆਗੂ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਕਿਸਾਨ ਮਹਾ ਪੰਚਾਇਤ ਵਿੱਚ ਸ਼ਾਮਲ ਹੋਣ ਲਈ ਹਜ਼ਾਰਾਂ ਕਿਸਾਨ ਕੱਲ੍ਹ ਹੀ ਪਹੁੰਚ ਗਏ ਤੇ ਅੱਜ ਪਹੁੰਚ ਰਹੇ ਨੇ
ਤੇ ਵੱਡੀ ਗਿਣਤੀ ਵਿੱਚ ਲੱਖਾਂ ਦਾ ਇਕੱਠ ਹੋਣ ਦੀ ਸੰਭਾਵਨਾ ਹੈ। ਉਹਨਾਂ ਦੱਸਿਆ ਕਿ ਘੱਟੋ ਘੱਟ 15 ਸੂਬਿਆਂ ਦੇ ਕਿਸਾਨ ਇਸ ਮਹਾਪੰਚਾਇਤ ਵਿੱਚ ਸ਼ਾਮਲ ਹੋ ਰਹੇ ਨੇ। ਉਹਨਾਂ ਇਹ ਵੀ ਕਿਹਾ ਕਿ ਮਹਾਪੰਚਾਇਤ ਯੋਗੀ ਤੇ ਮੋਦੀ ਦੀਆਂ ਸਰਕਾਰਾਂ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਦੀ ਸ਼ਕਤੀ ਦਾ ਅਸਲ ਅਹਿਸਾਸ ਕਰਵਾ ਦੇਊਗੀ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ ਬੀਤੇ 9 ਮਹੀਨਿਆਂ ਤੋਂ ਚੱਲ ਰਹੀ ਕਿਸਾਨੀ ਲਹਿਰ ਨੂੰ ਸਾਰੀਆਂ ਜਾਤਾਂ, ਧਰਮਾਂ, ਰਾਜਾਂ, ਵਰਗਾਂ, ਛੋਟੇ ਵਪਾਰੀਆਂ ਅਤੇ ਸਮਾਜ ਦੇ ਸਾਰੇ ਵਰਗਾਂ ਦਾ ਸਮਰਥਨ ਪ੍ਰਾਪਤ ਹੈ। ਉਹਦੀ ਇੱਕ ਉਦਾਹਰਣ ਪੇਸ਼ ਹੋ ਰਹੀ ਹੈ। ਇਸੇ ਤਰ੍ਹਾਂ ਕਿਸਾਨ ਆਗੂ ਰਾਕੇਸ਼ ਟਕੈਤ ਨੇ ਕਿਹਾ, ਜਿਨ੍ਹਾਂ ਦੇ ਸੂਬੇ ਦੇ ਵਿੱਚ ਇਹ ਮਹਾਪੰਚਾਇਤ ਹੋ ਰਹੀ ਹੈ, ਉਹ ਕਹਿੰਦੇ ਜੇਕਰ ਰਸਤਿਆਂ ਦੇ ਵਿੱਚ ਕਿਸਾਨਾਂ ਨੂੰ ਇਸ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਗਿਆ, ਬੈਰੀਕੇਡ ਲਾਏ ਗਏ, ਤਾਂ ਬੈਰੀਕੇਡ ਤੋੜੇ ਜਾਣਗੇ। ਉਹਨਾਂ ਕਿਹਾ ਕਿ ਕਿੰਨੇ ਕੁ ਕਿਸਾਨ ਇਕੱਠੇ ਹੋਣਗੇ, ਜੇ ਕੋਈ ਪੁੱਛੇ ਤਾਂ ਮੈਂ ਹਾਲ ਦੀ ਘੜੀ ਨਹੀਂ ਦੱਸ ਸਕਦਾ, ਪਰ ਇਹ ਗਿਣਤੀ ਵੱਡੀ ਹੋਏਗੀ, ਇਸ ਵਕਤ ਦੱਸਣੀ ਅਸੰਭਵ ਹੈ। ਉਹਨਾਂ ਦੱਸਿਆ ਕਿ ਇਸ ਪੰਚਾਇਤ ਦੇ ਵਿੱਚ, ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਜਿਹੜੇ ਕਿਸਾਨ ਆ ਰਹੇ ਨੇ, 500 ਲੰਗਰ ਲਾਏ ਗਏ ਨੇ, 100 ਮੈਡੀਕਲ ਕੈਂਪਾਂ ਦਾ ਇੰਤਜ਼ਾਮ ਵੀ ਕੀਤਾ ਗਿਆ। ਇਸੇ ਤਰ੍ਹਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਨੂੰ 8 ਸਤੰਬਰ ਤੋਂ ਪਹਿਲਾਂ ਕਿਸਾਨਾਂ ਦੇ ਵਿਰੁੱਧ ਜਿਹੜੇ ਕੇਸ ਪਾਏ ਗਏ ਨੇ, ਪਰਚੇ ਦਿੱਤੇ ਗਏ ਨੇ, ਅਲਟੀਮੇਟਮ ਦਿੱਤਾ ਜਾਂਦਾ ਕਿ ਵਾਪਸ ਲੈ ਲਵੇ। ਜੇ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਆਹ ਮਹਾਪੰਚਾਇਤ ਤੋਂ ਬਾਅਦ ਜਥੇਬੰਦੀਆਂ ਦਾ ਵਿਰੋਧ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਖਿਲਾਫ ਤੇਜ਼ ਹੋ ਸਕਦਾ ਹੈ। ਇਸੇ ਤਰ੍ਹਾਂ ਜੋਗਿੰਦਰ ਯਾਦਵ ਨੇ, ਉਗਰਾਹਾਂ ਸਾਹਿਬ ਨੇ, ਲਗਭਗ ਸਾਰੇ ਕਿਸਾਨ ਆਗੂਆਂ ਨੇ ਆਖਿਆ ਕਿ ਵੱਡੀ ਗਿਣਤੀ ਦੇ ਵਿੱਚ ਇਸ ਮਹਾਪੰਚਾਇਤ ਵਿੱਚ ਸ਼ਾਮਲ ਹੋਵੋ ਅਤੇ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਇਸ ਮਹਾਪੰਚਾਇਤ ਨੂੰ ਨੇਪਰੇ ਚਾੜਾਂਗੇ। ਅਤੇ ਇੱਕ ਵੱਡਾ ਸੁਨੇਹਾ ਦੇਵੇਗੀ ਇਹ ਮਹਾਪੰਚਾਇਤ। ਤੇ ਹੁਣ ਦਿੱਲੀ ਦੇ ਸਿੰਘੂ ਸਰਹੱਦ ਤੇ ਧਰਨਾ ਚੱਲ ਰਿਹਾ, ਪ੍ਰਦਰਸ਼ਨ ਚੱਲ ਰਿਹਾ, 9 ਮਹੀਨਿਆਂ ਤੋਂ ਜ਼ਿਆਦਾ ਹੋ ਗਿਆ। ਜਾਣਕਾਰੀ ਮਿਲੀ ਹੈ ਕਿ ਭਵਾਨੀਗੜ੍ਹ ਦੇ ਨੇੜਲਾ ਪਿੰਡ ਹੈ ਫੰਮਣਵਾਲ ਦੇ 60 ਸਾਲਾ ਕਿਸਾਨ ਮੱਘਰ ਸਿੰਘ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਪੁਰਾਣਾ ਵਰਕਰ ਸੀ। ਕਿਸਾਨੀ ਸੰਘਰਸ਼ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ। ਇਸ ਦੀ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਪੱਟੀਵਾਲ ਨੇ ਦਿੱਤੀ ਹੈ। ਉਹਨਾਂ ਦੱਸਿਆ ਕਿ ਬੀਤੀ 3 ਤਰੀਕ ਨੂੰ ਮੱਘਰ ਸਿੰਘ ਸਿੰਘੂ ਸਰਹੱਦ ਤੋਂ ਕਿਸਾਨੀ ਸੰਘਰਸ਼ ਦੇ ਵਿੱਚ ਹਿੱਸਾ ਲੈ ਕੇ ਰੇਲ ਗੱਡੀ ਰਾਹੀਂ ਵਾਪਸ ਪਰਤ ਰਿਹਾ ਸੀ। ਨਾਭਾ ਆ ਕੇ ਉਹਨਾਂ ਦੀ ਅਚਾਨਕ ਸਿਹਤ ਵਿਗੜੀ। ਦਵਾਈ ਵੀ ਲਈ ਪਰ ਸਿਹਤ ਵਿੱਚ ਕੋਈ ਸੁਧਾਰ ਨਾ ਹੋਇਆ। ਜਦੋਂ ਹੋਰ ਸਿਹਤ ਵਿਗੜੀ ਤਾਂ ਉਹਨਾਂ ਨੂੰ ਹਸਪਤਾਲ ਵਾਸਤੇ ਲਿਜਾਇਆ ਜਾ ਰਿਹਾ ਸੀ ਅਤੇ ਰਸਤੇ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੇ ਸਿਰ ਕੁਝ ਸਰਕਾਰੀ ਕਰਜ਼ ਵੀ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਉਹਨਾਂ ਦਾ ਕਰਜ਼ ਮੁਆਫ ਕੀਤਾ ਜਾਵੇ ਤੇ ਘੱਟੋ ਘੱਟ 5 ਲੱਖ ਰੁਪਏ ਦਾ ਪਰਿਵਾਰ ਨੂੰ ਮੁਆਵਜ਼ਾ ਵੀ ਦਿੱਤਾ ਜਾਵੇ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਸੱਚਮੁੱਚ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡਾ ਧੰਨਵਾਦ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।